ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਉਸਤਤ ਸ੍ਰੀ ਭਗਵਤੀ ਜੀ ਸਹਾਇ। The Lord is one and He can be attained through the grace of the true Guru. उतार खासे दस्तखत का पातशाही 10वीं। अकाल पुरख की रक्षा हमने। The non-temporal Purusha, all preventing Lord is my protector. सर्वलोक की रक्षा हमने। The all iron Lord is my protector. सर्वकाल is the रक्षा हमने। The all destroying Lord is my protector. सर्वलोक जी दी रक्षा हमने। The all iron Lord is my ever my protector. आगे लिखारी के दस्तखता प्रसाद चौपाई। पर ਹੁਣ ਆਦ ਇੱਕ ਅੰਕਾਰਾ। ਸਭ ਤੋਂ ਪਹਿਲਾਂ ਮੈਂ ਉਹ ਅੰਕਾਰ ਸਰੂਪ ਨੂੰ ਪ੍ਰਣਾਮ ਕਰਦਾ। ਜਲ ਥਲ ਮਈਓ ਕਿਉ ਪਸਾਰਾ। ਜਿਸ ਨੇ ਜਲ ਥਲ ਤੇ ਆਕਾਸ਼ ਦਾ ਪਸਾਰ ਕੀਤਾ। ਆਦਿ ਪੁਰਖ ਅਵਗਤ ਅਵਿਨਾਸੀ। ਉਹ ਆਦਿ ਪੁਰਖ ਦੇਹ ਰਹਿਤ ਅਤੇ ਅਵਿਨਾਸ਼ੀ ਹੈ। ਲੋਕ ਚਤੁਰਦਸ ਜੋਤ ਪ੍ਰਕਾਸ਼ੀ। ਅਤੇ 14 ਲੋਕਾਂ ਨੂੰ ਉਸ ਨੇ ਆਪਣੀ ਜੋਤ ਨਾਲ ਪ੍ਰਕਾਸ਼ਮਾਨ ਕਰ ਰੱਖਿਆ ਹੈ। ਹਸਤ ਕੀਟ ਕੇ ਬੀਚ ਸਮਾਨ। ਜੋ ਹਾਥੀ ਤੋਂ ਲੈ ਕੇ ਕੀੜੇ ਤੱਕ ਸਭ ਦੇ ਵਿੱਚ ਸਮੋਇਆ ਹੋਇਆ ਸਰਵ ਵਿਆਪਕ ਹੈ। ਰਾਵ ਰੰਕ ਜੇ ਇਕਸਰ ਜਾਣਾ। ਅਤੇ ਰਾਜੇ ਦੇ ਭਿਖਾਰੀ ਨੂੰ ਇੱਕ ਸਮਾਨ ਸਮਝਣ ਵਾਲਾ ਉਹ ਅਕਾਲ ਪੁਰਖ ਮੇਰੀ ਰੱਖਿਆ ਕਰ ਰਿਹਾ। ਅਦੈਵ ਅਲਖ ਪੁਰਖ ਅਭਿਗਾਮੀ। ਉਹ ਦ્વੈਤ ਰਹਿਤ ਆਦਿਸ਼ ਪੁਰਸ਼ ਵਾਸਤਵਿਕਤਾ ਦਾ ਗਿਆਨਵਾਨ। ਵਾਸਤਵਿਕਤਾ ਦਾ ਗਿਆਨਵਾਨ ਆਦਰਸ਼ ਪੁਰਸ਼ ਹੈ। ਉਹ ਦ્વੈਤ ਰਹਿਤ ਹੈ। ਈਰਖਾ ਨਹੀਂ ਕਰਦਾ ਕਿਸੇ ਨਾਲ। ਸਭ ਕੱਢ ਕੱਢ ਕੇ ਅੰਤਰਜਾਮੀ ਅਤੇ ਹਰ ਇੱਕ ਦੇ ਦਿਲ ਦੀਆਂ ਜਾਣਨ ਵਾਲਾ। ਅਲੱਖ ਰੂਪ ਅਛੇ ਅਨਪੇਖਾ। ਉਹ ਦਿਸਣ ਤੋਂ ਪਰੇ ਆ। ਨਾ ਨਸ਼ਟ ਹੋਣ ਵਾਲਾ ਅਤੇ ਭੇਖਾਂ ਤੋਂ ਰਹਿਤ ਆ। ਰਾਗ ਰੰਗ ਜੇ ਰੂਪ ਨਾ ਰੇਖਾ। ਉਸਦਾ ਕਿਸੇ ਪ੍ਰਤੀ ਮੋਹ ਨਹੀਂ। ਉਸਦਾ ਰੂਪ ਰੰਗ ਰੂਪ ਜਾਂ ਰੇਖਾ ਨਹੀਂ। ਵਰਨ ਚਿੰਨ੍ਹ ਸਭ ਤੇ ਨਿਆਰਾ। ਉਹ ਜਿਹੜੀ ਜਾਤ ਪਾਤ ਆ ਜੇ ਚਿੰਨ੍ਹ ਆ ਇਹਨਾਂ ਸਾਰਿਆਂ ਤੋਂ ਉੱਪਰ ਆ। ਸਭ ਤੋਂ ਨਿਆਰਾ ਆ। ਉਹ ਜਾਤਾਂ ਪਾਤਾਂ ਵਿੱਚ ਨਹੀਂ ਆ ਨਾ ਕਿਸੇ ਚੱਕਰਾਂ ਵਿੱਚ। ਚਿੰਨ੍ਹ ਚੱਕਰ। ਆਦਿ ਪੁਰਖ ਅਦੈਵ ਵਿਕਾਰ। ਉਹ ਆਦਿ ਪੁਰਖ ਅਦਵੈਤ ਸਰੂਪ ਅਤੇ ਵਿਕਾਰਾਂ ਤੋਂ ਰਹਿਤ ਹੈ। ਵਰਨ ਚਿੰਨ੍ਹ ਜੇ ਜਾਤ ਨਾ ਪਾਤਾ। ਜਿਸ ਦੇ ਵਰਨ ਚਿੰਨ੍ਹ ਜਾਤ ਅਤੇ ਬਰਾਦਰੀ ਨਹੀਂ ਹੈ। ਸਤਰ ਮਿੱਤਰ ਜੇ ਤਾਤ ਨਾ ਪਾਤਾ। ਨਾ ਕੋਈ ਉਹਦਾ ਸ਼ਤਰੂ ਨਾ ਮਿੱਤਰ ਨਾ ਮਾਤਾ ਨਾ ਪਿਤਾ। ਉਹ ਤੇ ਆਪਣੇ ਆਪ ਤੋਂ ਸਵੈੰਭੰ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਉਹ ਤੇ ਆਪਣੇ ਆਪ ਤੋਂ ਪ੍ਰਗਟ ਹੋਇਆ ਨਾ ਉਹਨੂੰ ਕਿਸੇ ਦਾ ਡਰ ਆ ਨਾ ਉਹਨੂੰ ਕਿਸੇ ਨਾਲ ਵੈਰ ਆ। ਸੱਚ ਦਾ ਹੋਂਦ ਵਾਲਾ ਸੱਚ ਦੀ ਹੋਂਦ ਵਾਲਾ ਸੱਤ ਉਹ ਹੈ ਆ ਸੰਸਾਰ ਵਿੱਚ। ਸਤਿਨਾਮ ਉਹਦਾ ਨਾਮ ਸੱਚਾ ਆ। ਹੈ ਉਹ ਇੱਕ ਆ ਅਕਾਲ ਪੁਰਖ ਸਾਰੇ ਸੰਸਾਰ ਨੂੰ ਪਾਲਣ ਵਾਲਾ। ਸਭ ਤੇ ਦੂਰ ਸਭਨ ਤੇ ਨੇਰਾ। ਸਭ ਤੇ ਦੂਰ। ਸਭ ਤੋਂ ਦੂਰ ਕਿਹਨਾਂ ਵਾਸਤੇ ਹੈ? ਜਿਨ੍ਹਾਂ ਨੂੰ ਪਹਿਚਾਣ ਨਹੀਂ ਹੁੰਦੀ।
ਜੋ ਸਭ ਤੋਂ ਦੂਰ ਆ ਤੇ ਸਭ ਦੇ ਨੇੜੇ ਵੀ ਆ। ਉਹ ਹਿਰਦੇ ਵਿੱਚ ਵੀ ਹੈ। ਜੋਤ ਉਹਦੀ ਸਾਡੇ ਹਿਰਦੇ ਵਿੱਚ ਹੈ। ਜੇ ਜੋਤ ਨਾ ਹੁੰਦੀ ਤੇ ਦੇਈ ਕਿਸੇ ਕੰਮ ਦੀ ਨਹੀਂ। ਇਹ ਜੋਤ ਉਹਨੇ ਜਗਾ ਕੇ ਦੇਈ ਦੇ ਵਿੱਚ ਸਾਨੂੰ ਇਸ ਸੰਸਾਰ ਵਿੱਚ ਭੇਜਿਆ, ਤੁਰਨ ਫਿਰਨ ਜੋਗਾ ਕੀਤਾ। ਸਾਡੇ ਹਿਰਦੇ ਵਿੱਚ ਵੀ ਹੈ ਜੋਤ ਉਹਦੀ, ਪਰ ਸਾਡੀ ਸਮਝ ਤੋਂ ਬਾਹਰ ਹੈ, ਇਸ ਕਰਕੇ ਸਾਡੇ ਤੋਂ ਦੂਰ ਹੈ। ਜਲ ਥਲ ਮੀਰ ਚਾਹੇ ਬਸੇਰਾ, ਜੇ ਦਾ ਜਾਲ ਥਲ ਤੇ ਆਕਾਸ ਵਿੱਚ ਨਿਵਾਸ। ਹੁਣ ਹਰ ਜਗ੍ਹਾ ਤੋਂ ਦਾ ਨਿਵਾਸ ਆ। ਜਲ ਵਿੱਚ ਵੀ ਆ, ਥਲ ਵਿੱਚ ਵੀ ਆ, ਆਕਾਸ਼ ਵਿੱਚ ਵੀ ਆ, ਜੀਆਂ ਵਿੱਚ ਵੀ ਆ। ਸਰਵ ਵਿਆਪਕ ਹੈ ਨਾ। ਅਨਹਦ ਰੂਪ ਅਨਾਹਤ ਬਾਣੀ, ਉਹਦਾ ਸਰੂਪ ਸੀਮਾ ਰਹਿਤ। ਅਨਹਦ ਰੂਪ ਅਨਾਹਤ ਬਾਣੀ, ਉਹਦਾ ਸਰੂਪ ਸੀਮਾ ਰਹਿਤ ਆ, ਅਪਰਪਾਰ ਆ, ਉਹਦੀ ਕੋਈ ਸੀਮਾ ਨਹੀਂ। ਕਿ ਉਹ ਕਿਸੇ ਸੀਮਾ ਦੇ ਵਿੱਚ ਬੱਝਾ ਹੋਇਆ। ਸਾਡਾ ਘਰ ਆ, ਜੇ 30-80 ਆ, 30 ਚੌੜਾਈ ਹੈ, 80 ਲੰਬਾਈ ਹੈ, ਇੱਕ ਸੀਮਾ ਦੇ ਵਿੱਚ ਬੱਝਾ ਹੋਇਆ ਨਾ ਇਹ। ਔਰ ਉਸ ਅਕਾਲ ਪੁਰਖ ਦੀ ਕੋਈ ਸੀਮਾ ਨਹੀਂ। ਅਤੇ ਉਸ ਦੀ ਬਾਣੀ ਬਿਨਾਂ ਕਿਸੇ ਅਗਾਤ ਤੋਂ ਪੈਦਾ ਹੋਣ ਵਾਲੀ ਹੈ। ਅਗਾਤ, ਇਨਫਿਨਿਟ ਬਾਣੀ ਜਿਹੜੀ ਉਹਦੀ ਪੈਦਾ ਹੁੰਦੀ ਆ। ਉਹ ਬਾਣੀ ਅਗਾਤ ਤੋਂ, ਕਿਸੇ ਮਤਲਬ ਦੁੱਖ ਤੋਂ ਜਾਂ ਕੋਈ ਕਿਸੇ ਘਟਨਾ ਤੋਂ ਪੈਦਾ ਨਹੀਂ ਹੁੰਦੀ ਬਾਣੀ। ਚਰਨ ਸਰਨ ਜੇ ਬਸਤ ਭਵਾਨੀ, ਉਹਦੇ ਚਰਨਾਂ ਦੀ ਓਟ ਵਿੱਚ ਮਾਇਆ ਵੱਸਦੀ ਹੈ। ਭਵਾਨੀ, ਭਵਾਨੀ ਕਿਹਨੂੰ ਕਿਹਾ? ਮਾਇਆ ਨੂੰ। ਇੱਥੇ ਮਾਇਆ ਨੂੰ ਭਵਾਨੀ ਕਿਹਾ ਦਸਮ ਪਾਤਸ਼ਾਹ ਨੇ। ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿ ਰਹੇ, ਚਰਨ ਸ਼ਰਨ ਜੇ ਬਸਤ ਭਵਾਨੀ, ਮਾਇਆ ਨੂੰ ਭਵਾਨੀ ਦਾ ਨਾਮ ਦਿੱਤਾ ਗਿਆ ਹੈ। ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ, ਬ੍ਰਹਮਾ ਤੇ ਵਿਸ਼ਨੂੰ ਨੇ ਉਹਦਾ ਅੰਤ ਹੀ ਨਹੀਂ ਪਾਇਆ। ਨੇਤ ਨੇਤ ਮੁਖ ਚਾਰ ਬਤਾਇਓ, ਸਗੋਂ ਬ੍ਰਹਮਾ ਨੇ ਆਪਣੇ ਚੌਂ ਮੁਖਾਂ ਤੋਂ ਉਸ ਨੂੰ ਬੇਅੰਤ ਬੇਅੰਤ ਨੇਤ ਨੇਤ ਕਿਹਾ। ਕੋਟ ਇੰਦਰ ਉਪਿੰਦਰ ਬਣਾਏ। ਹੁਣ ਕਰੋੜਾਂ ਇੰਦਰ ਆ ਤੇ ਉਪ ਇੰਦਰ ਵਾਮਨ ਅਵਤਾਰ ਜਿਹੜੇ ਆ, ਇਹ ਵੀ ਕਰੋੜਾਂ। ਕੋਟ ਇੰਦਰ ਉਪਿੰਦਰ ਬਣਾਏ, ਉਹਨੇ ਪੈਦਾ ਕੀਤੇ ਸਾਰੇ। ਇੱਕ ਇੰਦਰ ਨਹੀਂ ਆ, ਕਰੋੜਾਂ ਆ। ਬ੍ਰਹਮ ਰੁਦਰ ਪਾਏ ਖਪਾਏ, ਉਸਨੇ ਬ੍ਰਹਮਾ ਰੁਦਰ ਸ਼ਿਵ ਨੂੰ ਸਿਰਜਿਆ, ਉਹਨਾਂ ਨੂੰ ਪੈਦਾ ਕੀਤਾ ਤੇ ਫਿਰ ਕੀਤਾ ਸੰਘਾਰਿਆ, ਉਹਨਾਂ ਨੂੰ ਇਸ ਦਹੀ ਵਿੱਚੋਂ ਸਮਾਪਤ ਕੀਤਾ। ਬ੍ਰਹਮਾ ਨੂੰ ਵੀ ਪੈਦਾ ਕੀਤਾ, ਸ਼ਿਵ ਨੂੰ ਵੀ ਪੈਦਾ ਕੀਤਾ, ਫਿਰ ਇਸ ਦਹੀ ਵਿੱਚੋਂ ਉਹਨਾਂ ਨੂੰ ਅਲੋਪ ਕੀਤਾ। ਇਸ ਦਹੀ ਵਿੱਚੋਂ ਕੱਢਿਆ, ਉਹਨਾਂ ਨੂੰ ਸੰਘਾਰਿਆ। ਮੌਤ ਹੋਈ ਉਹਨਾਂ ਦੀ, ਖਤਮ ਕੀਤਾ ਉਹਨਾਂ ਨੂੰ। ਇਹ ਉਹਦੀ ਕੁਦਰਤ ਹੈ। ਜੋ ਉਪਜਿਓ ਸੋ ਬਿਨਸੈ, ਜੋ ਉਪਜਿਓ ਸੋ ਬਿਨਸੈ। ਪਰ ਉਹ ਅੱਜ ਕੇ ਕਾਲ, ਇੱਕ ਦਿਨ ਕਾਲ ਨੇ ਆਉਣਾ ਹੈ, ਘੇਰਨਾ ਹੈ ਜਿਹੜਾ ਉਪਜਿਆ ਹੋਇਆ ਹੈ। ਲੋਕ ਚਤੁਰਦਸ ਖੇਲ ਰਚਾਏ, ਉਹਨੇ 14 ਲੋਕਾਂ ਦੀ ਖੇਡ ਰਚੀ ਹੋਈ ਹੈ। 14 ਲੋਕ ਉਹਨੇ ਪਰਮਾਤਮਾ ਦੀ ਰਚਨਾ ਆ। ਉਹਨੇ 14 ਲੋਕਾਂ ਦੀ ਰਚਨਾ ਕਰਕੇ ਖੇਡ ਖੇਡੀ ਹੋਈ ਹੈ। ਬਹੁ ਰਾਹ ਵੀ ਬੀਚ ਮਿਲਾਇਆ ਅਤੇ ਫਿਰ ਆਪਣੇ ਆਪ ਆਪਣੇ ਵਿੱਚ ਹੀ ਉਸ ਨੂੰ ਸਮੇਟ ਲੈਂਦਾ। ਜਦੋਂ ਉਹਦੀ ਮੌਜ ਆ, ਉਹਨੇ ਆਪਣੇ ਆਪ ਵਿੱਚ ਇਹਨਾਂ ਸਾਰਿਆਂ ਨੂੰ ਮਿਲਾ ਲੈਣਾ। ਜਿਹੜਾ 14 ਲੋਕਾਂ ਦੀ ਖੇਡ ਖੇਡੀ ਹੋਈ ਉਹਨੇ, ਜਦੋਂ ਦੀ ਮੌਜ ਹੋਈ, ਉਹਨੇ ਆਪਣੇ ਆਪ ਵਿੱਚ ਮਿਲਾ ਲੈਣਾ। ਦਾਨਵ ਦੇਵ ਫਨਿੰਦਾ ਪਾਰਾ, ਉਸ ਨੂੰ ਬੇਅੰਤ ਦੈਂਤ ਦੇਵਤੇ ਸ਼ੇਸ਼ਨਾਗ। ਹੁਣ ਦੈਂਤ ਵੀ ਆ, ਰਾਖਸ਼ ਵੀ ਆ, ਦੇਵਤੇ ਵੀ ਆ, ਸ਼ੇਸ਼ਨਾਗ
ਸੱਪ ਵੀ ਆ, ਜਿਹਨੂੰ ਸ਼ੇਸ਼ਨਾਗ ਕਿਹਾ ਗਿਆ। ਗੰਧਰਵ ਜਸ ਰਚੇ ਸੁਭ ਚਾਰਾ, ਗੰਧਰਵ ਦੇ ਸੁਭ ਚਾਰ ਵਾਲੇ, ਯਕਸ਼ਾਂ ਦੀ ਸ਼ੁਭ ਚਾਰ ਵਾਲੇ, ਨਾਲੋਂ ਨਾਲ ਸ਼ੁਭ ਚਾਰ ਵਾਲੇ ਵੀ ਗੰਧਰਵ ਤੇ ਯਕਸ਼ ਜਿਹੜੇ ਆ ਉਹਨਾਂ ਦੀ ਰਚਨਾ ਕੀਤੀ ਹੈ। ਭੂਤ ਭਵਿੱਖ ਭਵਾਨ ਕਹਾਣੀ, ਭੂਤ ਭਵਿੱਖ ਅਤੇ ਵਰਤਮਾਨ, ਇਹਨਾਂ ਵਿੱਚ ਹੋਣ ਵਾਲੀਆਂ ਜਿਹੜੀਆਂ ਘਟਨਾਵਾਂ ਦੀਆਂ ਦੀ ਕਥਾ ਕਹਾਣੀ ਵੀ ਉਹ ਆਪ ਹੀ ਆ। ਭੂਤ ਵਿੱਚ ਕੀ ਹੋਇਆ, ਭਵਿੱਖ ਵਿੱਚ ਕੀ ਹੋ ਰਿਹਾ, ਅਤੇ ਵਰਤਮਾਨ ਵਿੱਚ ਭਵਿੱਖ ਵਿੱਚ ਕੀ ਹੋਏਗਾ ਅਤੇ ਵਰਤਮਾਨ ਵਿੱਚ ਕੀ ਵਰਤ ਰਿਹਾ, ਇਹ ਸਾਰੀਆਂ ਕਥਾ ਕਹਾਣੀਆਂ ਉਹਦੀਆਂ ਆਪਣੀਆਂ। ਉਹੀ ਇਹ ਸਾਰੀਆਂ ਖੇਡਾਂ ਖੇਡ ਰਿਹਾ, ਇਹੀ ਰਚਨਾ ਕਰ ਰਿਹਾ। ਉਹ ਕੱਢ ਕੱਢ ਕੇ ਪੜ੍ਹ ਕੀ ਜਾਣੀ। ਉਹ ਹਰ ਇੱਕ ਸਰੀਰ ਦੀ ਗੁਪਤ ਤੋਂ ਗੁਪਤ ਗੱਲ ਨੂੰ ਜਾਣਦਾ। ਸਭ ਤੋਂ ਵੱਡੀ ਮੇਨ ਗੱਲ ਜਿਹੜੀ ਆ, ਜਿਹੜੀ ਸਾਡੀ ਸਮਝ ਵਿੱਚ ਨਹੀਂ ਪੈਂਦੀ, ਕੱਢ ਕੱਢ ਕੇ ਪੜ੍ਹ ਕੇ ਜਾਂਦੀਆਂ ਹੀ ਸਮਝਦੇ ਹਾਂ। ਪਰਮਾਤਮਾ ਨੂੰ ਜੋ ਅਸੀਂ ਕਰ ਰਹੇ ਹਾਂ ਉਹਨਾਂ ਦਾ ਪਤਾ ਨਹੀਂ ਲੱਗਦਾ, ਕਿਉਂਕਿ ਅਸੀਂ ਮਾਤਾ ਪਿਤਾ ਤੋਂ ਲੁਕੋ ਲੈਂਦੇ ਹਾਂ, ਭੈਣਾਂ ਭਰਾਵਾਂ ਤੋਂ ਲੁਕੋ ਲੈਂਦੇ ਹਾਂ, ਪਤਨੀ ਤੋਂ ਲੁਕੋ ਲੈਂਦੇ ਹਾਂ, ਬੱਚਿਆਂ ਤੋਂ ਲੁਕੋ ਲੈਂਦੇ ਹਾਂ, ਪਤਨੀ ਪਤੀ ਤੋਂ ਲੁਕੋ ਲੈਂਦੀ ਹੈ, ਬੱਚੇ ਮਾਂ ਪਿਓ ਤੋਂ ਲੁਕੋ ਲੈਂਦੇ ਆ, ਮਾਤਾ ਪਿਤਾ ਬੱਚਿਆਂ ਤੋਂ ਲੁਕੋ ਲੈਂਦੇ ਆ। ਅਸੀਂ ਇਸ ਭੁਲੇਖੇ ਵਿੱਚ ਹਾਂ ਕਿ ਅਸੀਂ ਇਹਨਾਂ ਕੋਲੋਂ ਲੁਕੋ ਲਿਆ, ਸ਼ਾਇਦ ਪਰਮਾਤਮਾ ਕੋਲੋਂ ਵੀ ਲੁਕੋ ਲਾਂਗੇ। ਪਰ ਇਹ ਭਲੇ ਲੋਕੋ, ਉਹ ਪਰਮਾਤਮਾ ਘੜ ਕੇ ਪੜ੍ਹ ਕੀ ਜਾਣਾ। ਉਹ ਕੈਮਰੇ ਫੇਟਿਆ, ਤੁਹਾਡੇ ਹਰ ਸਵਾਸ ਦਾ ਹਿਸਾਬ ਜਿਹੜਾ ਉਹ ਪਰਮਾਤਮਾ ਕੋਲ ਆ। ਤਾਤ ਮਾਤ ਜੇ ਜਾਤ ਨਾ ਪਾਤਾ। ਹੁਣ ਨਾ ਉਹਦਾ ਕੋਈ ਪਿਤਾ ਨਾ ਮਾਤਾ, ਨਾ ਉਹਦੀ ਕੋਈ ਜਾਤ ਆ ਅਤੇ ਨਾ ਹੀ ਬਰਾਦਰੀ। ਏਕ ਰੰਕਾ ਹੁਣ ਰਾਤਾ। ਉਹ ਕਿਸੇ ਇੱਕ ਨਾਲ ਵਿਸ਼ੇਸ਼ ਰੂਪ ਵਿੱਚ ਸੰਬੰਧਿਤ ਨਹੀਂ ਆ ਵੀ ਇੱਕ ਫਿਰਕੇ ਦੇ ਨਾਲ ਉਹਦਾ ਸੰਬੰਧ ਆ ਜਾਂ ਇੱਕ ਧਰਮ ਦੇ ਨਾਲ ਉਹਦਾ ਸੰਬੰਧ ਆ। ਉਹਦਾ ਸੰਬੰਧ ਸਾਰੀ ਦੁਨੀਆ ਨਾਲ ਆ। ਇਹ ਜੋ ਕੁਛ ਵੀ ਧਰਮਾਂ ਦੀ ਜਾਤਾਂ ਪਾਤਾਂ ਦੀ ਵੰਡ ਜਿਹੜੀ ਆ, ਭਾਵੇਂ ਉਹਦੇ ਹੁਕਮ ਵਿੱਚ ਹੋ ਰਹੀ ਆ, ਇਹ ਸਾਰਾ ਸਿਲਸਿਲਾ ਉਹਦਾ ਹੀ ਬਣਾਇਆ ਹੋਇਆ। ਮਨੁੱਖ ਆਉਂਦਾ ਇੱਕ, ਮਨੁੱਖ ਕੀ ਕਰ ਲੂ ਇਕੱਲਾ, ਕੀ ਸੋਚ ਕੇ ਆਉਂਦਾ। ਉਹ ਆਪਣੇ ਆਪ ਨੂੰ ਸਿਆਣਾ ਸਮਝਣ ਲੱਗ ਪੈਂਦਾ, ਲੀਡਰ ਬਣ ਜਾਂਦਾ, ਧਰਮ ਬਣਾ ਕੇ ਬਹਿ ਜਾਂਦਾ। ਪਰ ਉਹਦੀ ਤਾਕਤ ਕੀ ਆ? ਉਸ ਅਕਾਲ ਪੁਰਖ ਦੀ ਰਜਾ ਤੋਂ ਬਗੈਰ ਸਾਹ ਲੈ ਸਕਦਾ? ਨਹੀਂ ਲੈ ਸਕਦਾ। ਇਸ ਕਰਕੇ ਇਹ ਗੁਪਤ ਜਿਹੜੇ ਰਾਜ ਆ, ਆਪਾਂ ਇਹਨਾਂ ਨੂੰ ਨਾ ਖੋਲੀਏ ਤਾਂ ਠੀਕ ਆ, ਨਾ ਹੀ ਖੋਲ੍ਹ ਸਕਦੇ। ਉਹ ਕੀ ਕਰ ਰਿਹਾ, ਕਿਉਂ ਕਰ ਰਿਹਾ, ਕਿਸ ਲਈ ਕਰ ਰਿਹਾ, ਇਹਦਾ ਜਾਣਨ ਵਾਲਾ ਉਹ ਸਿਰਫ ਅਕਾਲ ਪੁਰਖ ਹੈ। ਸਰਬਜੋਤ ਕੇ ਬੀਚ ਸਮਾਨਾ, ਉਹ ਸਾਰਿਆਂ ਦੀਆਂ ਜੋਤਾਂ ਵਿੱਚ ਸਮਾਇਆ। ਹੁਣ ਜੋ ਜੀਵ ਜੰਤੂ ਆ, ਪਹਾੜ ਪੱਥਰ, ਦਰਖਤ, ਜਲ ਪਾਣੀ, ਸਮੁੰਦਰ ਦੇ ਵਿੱਚ ਕੀ ਕੁਛ ਆ, ਇਹਨਾਂ ਸਾਰਿਆਂ ਵਿੱਚ ਉਹਦਾ ਪਸਾਰਾ, ਉਹਦਾ ਹੀ ਪਸਰਿਆ ਹੋਇਆ, ਵਿਆਪਕ ਆ। ਸਭ ਹੂੰ ਸਰਬ ਠੋਰ ਪਹਿਚਾਨ। ਮੈਂ ਉਸਨੂੰ, ਗੁਰੂ ਪਾਤਸ਼ਾਹ ਕਹਿ ਰਿਹਾ, ਮੈਂ ਉਸਨੂੰ ਸਭ ਵਿੱਚ ਅਤੇ ਸਾਰੀਆਂ ਥਾਵਾਂ ਵਿੱਚ ਵਸਦਾ ਹੋਇਆ ਪਛਾਣ ਲਿਆ ਆ। ਗੁਰੂ ਪਾਤਸ਼ਾਹ ਪਰਮਾਤਮਾ ਦੀ ਬੰਦਗੀ ਕਰਕੇ ਬੰਦਗੀ ਕਰ ਰਿਹਾ ਸੀ, ਪਰਮਾਤਮਾ ਦਾ ਰੂਪ ਹੋ ਰਿਹਾ ਸੀ। ਪਰਮਾਤਮਾ ਨੇ ਸੰਸਾਰ ਵਿੱਚ ਬੁਲਾਇਆ। ਗੁਰੂ ਪਾਤਸ਼ਾਹ ਕਹਿ ਰਿਹਾ ਨਾ ਕਿ ਮੈਂ ਤਾਂ ਆਪਣਾ ਮਨ ਜਿਹੜਾ ਸੀ ਸਿਮਰਨ ਵਿੱਚ ਜੋੜਿਆ ਹੋਇਆ ਹੈ, ਪਰ ਆਣ ਕੇ ਪਰਮਾਤਮਾ ਨੇ ਬਾਂਹ ਫੜੀ, ਭਾਈ ਤੁਹਾਡੀ ਡਿਊਟੀ ਹੋਰ ਵੀ ਕਿਤੇ ਆ। ਹੁਣ ਪਰਮਾਤਮਾ ਦਾ ਹੁਕਮ ਕੌਣ ਮੋੜ ਸਕਦਾ? ਗੁਰੂ ਪਾਤਸ਼ਾਹ ਨੇ ਉਹਨਾਂ ਦਾ ਹੁਕਮ ਥੋੜ੍ਹਾ ਮੋੜਨਾ। ਸੰਸਾਰ ਵਿੱਚ ਆਏ, ਸਭ ਹੂੰ ਸਰਬ ਠੋਰ ਪਹਿਚਾਨਾ, ਅਤੇ ਉਹਨਾਂ ਨੂੰ ਤਾਂ ਸੋਝੀ ਆ ਨਾ, ਜਿਨ੍ਹਾਂ ਦਾ ਮਿਲਾਪ ਪਰਮਾਤਮਾ ਨਾਲ ਆ,
ਜਿਨ੍ਹਾਂ ਨੂੰ ਪਰਮਾਤਮਾ ਆਪ ਇਸ ਸੰਸਾਰ ਵਿੱਚ ਭੇਜ ਰਹੇ ਆ, ਫਿਰ ਉਹ ਵੀ ਤਾਂ ਪਰਮਾਤਮਾ ਨੂੰ ਪਛਾਣਦੇ ਆ ਨਾ, ਉਹ ਵੀ ਤਾਂ ਜਾਣਦੇ ਆ ਨਾ ਪਰਮਾਤਮਾ ਦਾ ਕਿੱਥੇ ਕਿੱਥੇ ਵਾਸ ਆ, ਪਰਮਾਤਮਾ ਕਿੰਨੀਆਂ ਸ਼ਕਤੀਆਂ ਦਾ ਮਾਲਕ ਆ, ਕੁਛ ਤਾਂ ਗਿਆਨ ਹੈ ਹੀ ਆ ਨਾ ਉਹਨਾਂ ਨੂੰ। ਕਾਲ ਰਹਿਤ ਹਨ ਕਾਲ ਸਰੂਪਾ, ਹੁਣ ਉਹ ਤਾਂ ਮ੍ਰਿਤੂ ਤੋਂ ਪਰੇ ਆ, ਉਹਦਾ ਸਰੂਪ ਕਾਲ ਜਿਹੜਾ ਉਹਦੀਆਂ ਸੀਮਾਵਾਂ, ਉਹ ਤਾਂ ਨਾ ਉਹਦਾ ਸਰੂਪ ਆ, ਅਤੇ ਜਿਹਦਾ ਸਰੂਪ ਹੀ ਨਹੀਂ ਆ ਉਹਨੂੰ ਮ੍ਰਿਤੂ ਕਿੱਥੋਂ ਆਉਣੀ? ਮ੍ਰਿਤੂ ਤਾਂ ਦੇਹੀ ਨੂੰ ਆਉਂਦੀ ਨਾ। ਇਹ ਜਿਹੜੀ ਸਾਨੂੰ ਦੇਹੀ ਪ੍ਰਾਪਤ ਹੁੰਦੀ ਆ, ਇਹਦੇ ਵਿੱਚ ਜੋਤ ਪਰਮਾਤਮਾ ਦੀ ਅੰਸ਼ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜੋਤ ਹੈ ਨਾ ਸਾਡੇ ਮਨ ਵਿੱਚ ਟਿਕੀ ਹੋਈ, ਹਿਰਦੇ ਵਿੱਚ ਟਿਕੀ ਹੋਈ, ਫਿਰ ਪਰਮਾਤਮਾ ਅੰਸ਼ ਸਾਡੇ ਅੰਦਰ ਹੈ ਨਾ। ਅਸੀਂ ਤਾਂ ਇੱਕ ਮਰਿਆਦਾ ਵਿੱਚ ਬੱਝੇ ਹੋਏ ਹਾਂ ਨਾ, ਇਹ ਜਿੰਨੇ ਸਵਾਸ ਆ ਆਤਮਾ ਸਾਡੇ ਅੰਦਰ ਆ। ਜਦੋਂ ਆਤਮਾ ਦੇ ਮਾਲਕ ਖਸਮ ਨੇ ਉਹਨੂੰ ਬੁਲਾ ਲਿਆ, ਭਾਈ ਆ ਜਾ ਹੁਣ ਤੇਰਾ ਕੰਮ ਪੂਰਾ ਹੋ ਗਿਆ, ਅਤੇ ਉਹਨੂੰ ਜਾਣਾ ਪੈਣਾ। ਜਦੋਂ ਆਤਮਾ ਨਿਕਲ ਗਈ ਸਰੀਰ ਵਿੱਚੋਂ, ਮਗਰ ਕੀ ਰਹਿ ਗਿਆ? ਮਿੱਟੀ। ਇਹ ਦੇਹੀ ਮਿੱਟੀ ਤੋਂ ਬਣੀ, ਮਿੱਟੀ ਦੇ ਵਿੱਚ ਰਲ ਜਾਣੀ ਹੈ। ਕਿਸੇ ਨੇ ਇਹਨੂੰ ਸਾੜ ਕੇ ਮਿੱਟੀ 'ਚ ਰਲਾ ਦੇਣਾ, ਕਿਸੇ ਨੇ ਇਹਨੂੰ ਦੱਬ ਕੇ ਮਿੱਟੀ 'ਚ ਰਲਾ ਦੇਣਾ। ਜੋ ਦੁਨੀਆ ਦਾ ਅਸਤੂਰ ਆ, ਉਸ ਹਿਸਾਬ ਨਾਲ ਉਹਨਾਂ ਨੇ ਆਪਣਾ ਕਰਮ ਕਾਂਡ ਜਿਹੜੀ ਕਰੀ ਜਾਣੇ ਆ। ਅਲੱਖ ਪੁਰਖ ਹੈ ਅਵਗਤ ਅਵਦੂਤਾ, ਉਹ ਜਾਣਿਆ ਵੀ ਨਹੀਂ ਜਾ ਸਕਣ ਵਾਲਾ, ਅਵਿਅਕਤ ਆ ਅਤੇ ਮਾਇਆਈ ਪ੍ਰਭਾਵ ਤੋਂ ਮੁਕਤ ਆ। ਉਹ ਮਾਇਆ ਜਿਹੜੀ ਉਹਦੀ ਹੀ ਬਣਾਈ ਹੋਈ ਹੈ ਸੰਸਾਰ ਵਿੱਚ, ਫਿਰ ਇਹ ਮਾਇਆ ਉਹਦੇ ਅੱਗੇ ਕਿੱਦਾਂ ਹਟ ਸਕਦੀ ਹੈ? ਉਹਦੇ ਉੱਤੇ ਕਿੱਦਾਂ ਪ੍ਰਭਾਵ ਪਾ ਸਕਦੀ ਹੈ? ਜਿਹੜੀ ਕੋਈ ਚੀਜ਼ ਆਪਾਂ ਪੈਦਾ ਕਰਦੇ ਹਾਂ, ਬਣਾਉਂਦੇ ਹਾਂ, ਉਹ ਸਾਡੇ 'ਤੇ ਹਾਵੀ ਥੋੜ੍ਹਾ ਹੋ ਜਾਂਦੀ ਹੈ, ਸਾਡੇ ਹੁਕਮ 'ਚ ਹੀ ਰਹਿੰਦੀ ਹੈ ਨਾ। ਸੋ ਜਿਹੜੀ ਮਾਇਆ ਉਹ ਅਕਾਲ ਪੁਰਖ ਦੇ ਹੁਕਮ ਵਿੱਚ ਆ। ਜਾਤ ਪਾਤ ਜੇ ਚਿਹਨ ਨਾ ਵਰਨ, ਉਹਦੀ ਜਾਤੀ ਬਰਾਦਰੀ ਚਿੰਨ੍ਹ ਅਤੇ ਵਰਨ ਨਹੀਂ ਕੋਈ। ਅਵਗਤ ਦੇਵ ਅਛੇ ਹਨ ਭਰਮਾਂ, ਉਹ ਅਵਿਕਤ ਅਵਿਨਾਸ਼ੀ ਅਤੇ ਭਰਮਾਂ ਤੋਂ ਰਹਿਤ ਭਰਮ ਸਤਾ ਹੈ। ਸਭ ਕੋ ਕਾਲ ਸਭਨ ਕੋ ਕਰਤਾ, ਉਹ ਸਭ ਦਾ ਨਾਸ਼ ਕਰਨ ਵਾਲਾ ਅਤੇ ਸਾਰਿਆਂ ਨੂੰ ਸਿਰਜਣ ਵਾਲਾ ਵੀ ਉਹੀ ਹੈ। ਕਰਤਾ ਸੋ ਸਭਨ ਕੋ ਕਰਤਾ, ਸਭਨ ਨੂੰ ਸਾਜ ਰਿਹਾ, ਸਭ ਕੋ ਕਾਲ, ਅਤੇ ਸਾਰਿਆਂ ਦਾ ਨਾਸ਼ ਕਰਨ ਵਾਲਾ ਵੀ ਉਹ ਅਕਾਲ ਪੁਰਖ ਆ ਪਿਆ। ਰੋਗ ਸੋਗ ਦੋਖਨ ਕੋ ਹਰਤਾ, ਹੁਣ ਰੋਗ ਸੋਗ ਅਤੇ ਦੋਖ ਜਿਹੜੇ ਪਾਪ ਸਾਡੇ ਸਰੀਰ ਨੂੰ ਚੰਬੜੇ ਹੋਏ ਆ, ਜੇ ਉਹਦਾ ਧਿਆਨ ਧਰਾਂਗੇ ਤਾਂ ਉਹ ਨਾਸ਼ ਕਰਨ ਵਾਲਾ ਆ, ਇਹਨਾਂ ਦੁੱਖਾਂ ਤੋਂ ਖਲਾਸੀ ਦਿਵਾਉਣ ਵਾਲਾ ਆ। ਏਕ ਚਿਤ ਜੇ ਇਕ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਉਸ ਦਾ ਜਿਸ ਨੇ ਇਕਾਗਰ ਚਿੱਤ ਇੱਕ ਛਿਣ ਲਈ ਵੀ ਧਿਆਨ ਕਰ ਲਿਆ ਨਾ, ਬਹੁਤ ਲੰਮੀ ਖੇਡ ਨਹੀਂ। ਇੱਕ ਚਿੱਤ ਜੇ ਇੱਕ ਛਿਣ ਧਿਆਇਓ, ਹੁਣ ਦਸਮ ਪਾਤਸ਼ਾਹ ਕਹਿ ਰਹੇ ਆ, ਆਪਾਂ ਕੋਈ ਦੁਨਿਆਵੀ ਵਿਚਾਰ ਵਿਦਵਾਨ ਦੇ ਵਿਚਾਰ ਨਹੀਂ ਲੈ ਰਹੇ। ਇਹ ਦਸਮ ਪਾਤਸ਼ਾਹ ਕਹਿ ਰਹੇ, ਭਾਈ ਜੇ ਕਿਤੇ ਟਿਕ ਕੇ ਇੱਕ ਛਿਨ ਵੀ ਜੇ ਤੂੰ ਪਰਮਾਤਮਾ ਨੂੰ ਸਿਮਰ ਲਿਆ, ਮਨ ਜੋੜ ਲਿਆ, ਅਤੇ ਤੇਰਾ ਬੇੜਾ ਪਾਰ ਹੋ ਜਾਣਾ। ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਫਿਰ ਉਹਨੇ ਜੰਮਣ ਮਰਨ ਦੇ ਗੇੜ ਵਿੱਚ ਥੋੜ੍ਹਾ ਆਉਣਾ। ਕਿਹਨੇ? ਜਿਹਨੇ ਸ਼ਰਧਾ ਨਾਲ, ਜਿਹਨੂੰ ਉਹਨੇ ਕਿਰਪਾ ਕੀਤੀ, ਉਸ ਅਕਾਲ ਪੁਰਖ ਦੀ ਰਹਿਮਤ ਹੋਈ, ਉਹਨੇ ਨੇਕ ਕਰਮ ਕੀਤੇ, ਉਹਨਾਂ ਨੇਕ ਕਰਮਾਂ ਦਾ ਫਲ ਮਿਲਿਆ। ਆਵਾਜ਼ ਮਾਰੀ ਉਹਨੇ, ਕਾਲ ਫਾਂਸ ਕੇ ਬੀਚ ਨਾ ਆਇਓ। ਉਹ ਫਿਰ ਮੌਤ ਦੇ ਚੱਕਰ ਵਿੱਚ ਨਹੀਂ ਬੰਧਦੇ,
ਜਨਮ ਮਰਨ ਦਾ ਗੇੜ ਉਹਨਾਂ ਦਾ ਸਮਾਪਤ ਹੋ ਜਾਂਦਾ ਹੈ। ਜਿਹੜੇ ਪਰਮਾਤਮਾ ਦਾ ਨਾਮ ਇੱਕ ਛਿਨ ਵੀ ਜਪ ਲੈਂਦੇ, ਇੰਨੀ ਬਖਸ਼ਿਸ਼ ਆ ਪਰਮਾਤਮਾ ਦੇ ਨਾਮ ਵਿੱਚ। ਵਾਹਿਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ। ਵਾਹਿਗੁਰੂ ਜੀ ਇੱਥੇ ਸਮਾਪਤੀ ਆ। ਅੱਗੋਂ ਵਾਹਿਗੁਰੂ ਦੀ ਕਿਰਪਾ ਨਾਲ ਫਿਰ ਸੈਕੰਡ ਪਾਰਟ ਸ਼ੁਰੂ ਕਰਾਂਗੇ ਆਪਾਂ। ਉਹਦੇ ਵਿੱਚ ਅੱਗੋਂ ਆਪਾਂ ਸ਼ੁਰੂ ਕਰਾਂਗੇ, ਗੁਰੂ ਕਿਰਪਾ ਕਰਨਗੇ।